हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई ਸਕੂਲ ਪਤਾਰਾ ਵਿਖੇ ਸੇਵਾ ਕਰਨ ਆ ਰਿਹਾ ਹਾਂ। ਵਿਦਿਆਰਥੀਓ, ਅਸੀਂ ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਕਲਾਸ 9ਵੀਂ ਦਾ 7ਵਾਂ ਅਧਿਆਇ ਤ੍ਰਿਭੁਜਾਂ ਜਿਹੜਾ ਹੈਗਾ ਆ ਉਹਦੇ ਬਾਰੇ ਚਰਚਾ ਕੀਤੀ ਸੀ। ਪਹਿਲੇ ਅਧਿਆਇ ਦੇ ਵਿੱਚ ਅਸੀਂ ਕੀਤਾ ਸੀ ਇੱਕ ਸਵੈ ਸਿੱਧ, ਜਿਹੜਾ ਸਾਨੂੰ ਇਹ ਦੱਸਦਾ ਸੀਗਾ ਕਿ ਦੋ ਤ੍ਰਿਭੁਜਾਂ ਦੀਆਂ ਜੇਕਰ ਦੋ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਬਣਿਆ ਹੋਇਆ ਕੋਣ ਜਿਹੜਾ ਹੁੰਦਾ ਹੈ, ਜੇਕਰ ਉਹ ਬਰਾਬਰ ਹੋਣ ਤਾਂ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਗ ਕਹਾਉਂਦੀਆਂ ਹਨ। ਠੀਕ ਹੈ। ਅੱਛਾ, ਇਸ ਲੈਕਚਰ ਦੇ ਵਿੱਚ ਵਿਦਿਆਰਥੀਓ ਅਸੀਂ ਸਰਬੰਗਤਾ ਦਾ ਇੱਕ ਹੋਰ ਨਿਯਮ ਜਿਹੜਾ ਹੈਗਾ ਉਹ ਕਰਾਂਗੇ। ਜਿਹੜਾ ਇਸ ਤੋਂ ਪਹਿਲਾ ਨਿਯਮ ਕੀਤਾ ਸੀ ਉਹ ਸਵੈ ਸਿੱਧ ਸੀ। ਸਵੈ ਸਿੱਧ ਉਹ ਵਾਲਾ ਨਿਯਮ ਹੁੰਦਾ ਹੈ ਜਿਸ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ, ਜੋ ਆਪਣੇ ਆਪ ਦੇ ਵਿੱਚ ਹੀ ਜਿਸ ਦਾ ਜਿਹੜਾ ਹੈਗਾ ਉਹ ਸਬੂਤ ਆਪਣੇ ਆਪ ਦੇ ਵਿੱਚ ਹੀ ਹੁੰਦਾ ਹੈ। ਅੱਜ ਅਸੀਂ ਉਸ ਦਾ ਦੂਸਰਾ ਨਿਯਮ ਵੀ ਕਰਦੇ ਹਾਂ ਕਿ ਹੋਰ ਨਿਯਮ ਕੀ ਹੋ ਸਕਦੇ ਨੇ ਸਵੈ ਸਿੱਧ ਦੇ, ਤੇ ਸਵੈ ਸਿੱਧ ਤੋਂ ਇਲਾਵਾ ਹੋਰ ਕਿਹੜੇ ਨਿਯਮ ਹੋ ਸਕਦੇ ਨੇ। ਤੇ ਉਸ ਤੋਂ ਬਾਅਦ ਅਸੀਂ ਅਭਿਆਸ ਜਿਹੜੀ 7.1 ਦੇ ਸਵਾਲ ਵੀ ਸ਼ੁਰੂ ਕਰਾਂਗੇ ਤੇ ਹੋਰ ਵੀ ਜਿਹੜੀ ਜ਼ਰੂਰੀਆਂ ਗੱਲਾਂ ਹੈ ਉਹ ਵੀ ਤੁਹਾਡੇ ਨਾਲ ਦੇ ਨਾਲ ਸਾਂਝੇ ਕਰਦੇ ਰਵਾਂਗੇ। ਸੋ ਵਿਦਿਆਰਥੀਓ, ਆਓ ਅਸੀਂ ਚੱਲਦੇ ਹਾਂ ਆਪਣੇ ਨੈਕਸਟ ਜਿਹੜਾ ਨਿਯਮ ਹੈ, ਜਿਹੜਾ ਅਗਲਾ ਨਿਯਮ ਹੈ ਜਿਹੜਾ ਉਹਨੂੰ ਵਿਦਿਆਰਥੀਓ ਅਸੀਂ ਬੋਲਦੇ ਹਾਂ ਕੋਣ ਭੁਜਾ ਕੋਣ। ਜਿਹੜਾ ਇਹ ਨਿਯਮ ਹੈ ਇਹ ਕੀ ਹੈ, ਇਹਨੂੰ ਲਿਖਣ ਦਾ ਸਿਰਫ ਇੱਕ ਢੰਗ ਹੈ, ਕਿਉਂਕਿ ਜਦੋਂ ਇਸ ਤੋਂ ਪਹਿਲਾਂ ਮੈਂ ਸਵੈ ਸਿੱਧ ਲਿਖਿਆ ਸੀ ਤੇ ਸਵੈ ਸਿੱਧ ਨੂੰ ਲਿਖਣ ਦਾ ਮੇਰਾ ਢੰਗ ਕੀ ਹੁੰਦਾ ਸੀਗਾ ਕਿ ਭੁਜਾ ਕੋਣ ਭੁਜਾ। ਇਹਦਾ ਮਤਲਬ ਇਹ ਹੁੰਦਾ ਸੀਗਾ ਕਿ ਦੋ ਭੁਜਾਵਾਂ ਅਤੇ ਉਹਨਾਂ ਦੇ ਅੰਤਰਗਤ ਬਣਿਆ ਹੋਇਆ ਕੋਣ, ਉਹਨਾਂ ਦੋਨਾਂ ਭੁਜਾਵਾਂ ਦੇ ਵਿਚਕਾਰ ਦਾ ਕੋਣ ਜਿਹੜਾ ਹੈਗਾ ਆ ਉਹ ਦੋਵੇਂ ਤ੍ਰਿਭੁਜਾਂ ਦੇ ਵਿੱਚ ਜੇਕਰ ਬਰਾਬਰ ਹੋਣ ਤਾਂ ਜਿਹੜੇ ਹੈਗੇ ਆ ਉਹ ਕੀ ਹੁੰਦਾ ਆਪਣੇ ਕੋਲ, ਉਹ ਜਿਹੜੀਆਂ ਦੋਵੇਂ ਤ੍ਰਿਭੁਜਾਂ ਸੀ ਉਹ ਆਪਸ ਦੇ ਵਿੱਚ ਕੀ ਹੋ ਜਾਂਦੀਆਂ ਸੀ, ਸਰਬੰਗ ਹੋ ਜਾਂਦੀਆਂ ਸੀ। ਕਿਵੇਂ? ਜਿਵੇਂ ਕਿ ਇੱਥੇ ਆਪਾਂ ਇੱਕ ਉਦਾਹਰਨ ਲਈ ਸੀਗੀ, ਅਸੀਂ ਕਿਹਾ ਸੀਗਾ ਕਿ ਆਹ 3 ਸੈਂਟੀਮੀਟਰ, ਆਹ 4 ਸੈਂਟੀਮੀਟਰ, ਆਹ 40 ਡਿਗਰੀ। ਠੀਕ ਹੈ ਜੀ। ਇਸੇ ਤਰੀਕੇ ਦੇ ਮੰਨ ਲਓ ਇੱਕ ਹੋਰ ਸਾਡੇ ਕੋਲ ਦੇ ਦਿੱਤੀ ਆ, ਇਹ 4 ਸੈਂਟੀਮੀਟਰ, ਆਹ 3 ਸੈਂਟੀਮੀਟਰ ਤੇ ਆਹ 40 ਡਿਗਰੀ ਹੈ। ਇਹ A B C D E F। ਇਹਦੇ ਵਿੱਚ ਭੁਜਾ ਤੇ ਅੰਤਰਗਤ ਬਣਿਆ ਹੋਇਆ ਕੋਣ, ਭੁਜਾ ਤੇ ਅੰਤਰਗਤ ਬਣੇ ਹੋਏ ਕੋਣ ਆਪਸ ਵਿੱਚ ਬਰਾਬਰ ਸਨ। ਇਸ ਕਰਕੇ ਇਹਨੂੰ ਮੈਂ ਲਿਖਦਾ ਹੁੰਦਾ ਸੀ ਤ੍ਰਿਭੁਜ ABC ਸਰਬੰਗ ਹੈ ਤ੍ਰਿਭੁਜ DEF ਦੇ। ਇਸ ਤੋਂ ਬਾਅਦ ਅਸੀਂ ਇਹ ਵੀ ਚੀਜ਼ ਦੇਖੀ ਸੀਗੀ ਕਿ AB ਬਰਾਬਰ DE ਦੇਖੋ ਬਿਲਕੁਲ ਹੈ, BC ਬਰਾਬਰ EF ਦੇਖੋ ਬਿਲਕੁਲ ਹੈ, ਤੇ ਤੀਸਰੀ ਚੀਜ਼ AC ਬਰਾਬਰ DF ਉਹ ਵੀ ਬਿਲਕੁਲ ਹੈ। ਚਲੋ ਇਹਦੇ ਵਿੱਚ ਤਾਂ ਨਹੀਂ ਆਪਾਂ ਨੂੰ ਸ਼ੋ ਨਹੀਂ ਕੀਤਾ ਹੈ, ਲੇਕਿਨ ਉਹ ਹੋਏਗੀ ਬਰਾਬਰ ਜੇਕਰ ਇਹ ਸਰਬੰਗ ਆਪਸ ਦੇ ਵਿੱਚ ਹੋ ਗਏ, ਕਿਉਂਕਿ ਦੋ ਤ੍ਰਿਭੁਜਾਂ ਜਦੋਂ ਆਪਸ ਦੇ ਵਿੱਚ ਸਰਬੰਗ ਹੋ ਜਾਂਦੀਆਂ ਹਨ ਤਾਂ ਇਹ ਚੀਜ਼ ਬਿਲਕੁਲ ਕਲੀਅਰ ਹੈ ਕਿ ਉਹਨਾਂ ਦੇ ਆਪਸ ਦੇ ਵਿੱਚ ਸੰਗਤ ਭੁਜਾਵਾਂ ਵੀ ਬਰਾਬਰ ਹੋਣਗੀਆਂ ਤੇ ਸੰਗਤ ਕੋਣ ਵੀ ਆਪਸ ਦੇ ਵਿੱਚ ਬਰਾਬਰ ਹੋਣਗੇ। ਇਸ ਹੀ ਲੜੀ ਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ। ਇੱਕ ਨਿਯਮ ਅਸੀਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੋਣ ਭੁਜਾ ਕੋਣ, ਤੇ ਅਸੀਂ ਇਹ ਜਾਂਚ ਕਰਾਂਗੇ ਕਿ ਕੋਣ ਭੁਜਾ ਕੋਣ ਯਾਨੀ ਕਿ ਦੋ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ ਤਾਂ ਮੇਰੇ ਕੋਲ ਕਲੀਅਰ ਹੋ ਗਿਆ ਮੈਨੂੰ ਇਹ ਚੀਜ਼ ਕਿ ਉਹ ਤ੍ਰਿਭੁਜਾਂ ਆਪਸ ਵਿੱਚ ਸਰਬੰਗ ਹੁੰਦੀਆਂ ਹਨ। ਲੇਕਿਨ ਜੇਕਰ ਦੋ ਤ੍ਰਿਭੁਜਾਂ ਦੇ ਵਿੱਚ ਕੋਈ ਦੋ ਕੋਣ ਤੇ ਇੱਕ ਭੁਜਾ ਆਪਸ ਵਿੱਚ ਬਰਾਬਰ ਹੋਣ, ਠੀਕ ਹੈ ਜੀ, ਤਾਂ ਕੀ ਫਿਰ ਵੀ ਜਿਹੜਾ ਹੈ ਉਹ ਸਰਬੰਗ ਹੁੰਦੇ ਹਨ ਕਿ ਨਹੀਂ ਹੁੰਦੇ ਹਨ, ਇਹਨੂੰ ਅਸੀਂ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਸਵੈ ਸਿੱਧ ਨਹੀਂ ਹੈ। ਜਿਹੜੀ ਚੀਜ਼ ਸਵੈ ਸਿੱਧ ਨਹੀਂ ਹੋਏਗੀ ਉਹਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਠੀਕ ਹੈ, ਚਲੋ ਵਿਦਿਆਰਥੀ ਇਹਨੂੰ ਆਪਾਂ ਸਿੱਧ ਕਰਾਂਗੇ। ਸੋ ਅਸੀਂ ਸਟਾਰਟ ਕਰਦੇ ਹਾਂ ਇਸ ਤੋਂ। ਸਭ ਤੋਂ ਪਹਿਲਾਂ ਵਿਦਿਆਰਥੀਓ ਅਸੀਂ ਕੀ ਕਰਦੇ ਹਾਂ, ਅਸੀਂ ਦੋ ਤ੍ਰਿਭੁਜਾਂ ਮੰਨ ਲਈਏ। ਠੀਕ ਹੈ, ਆ ਮੇਰੇ ਕੋਲ ਪਹਿਲੀ ਤ੍ਰਿਭੁਜ ਆ ਗਈ, ਠੀਕ ਹੈ, ਆ ਮੇਰੇ ਕੋਲ ਦੂਸਰੀ ਤ੍ਰਿਭੁਜ ਆ ਗਈ। ਇਹਦਾ ਨਾਮ ਮੈਂ ਰੱਖਿਆ A B C, ਇਸ ਤ੍ਰਿਭੁਜ ਦਾ ਨਾਮ ਮੈਂ ਰੱਖਿਆ D E ਤੇ F। ਦੇਖੋ ਵਿਦਿਆਰਥੀਓ, ਆ ਦੋ ਤ੍ਰਿਭੁਜਾਂ ਨੇ, ਤ੍ਰਿਭੁਜ ਨੰਬਰ 1 ਤ੍ਰਿਭੁਜ ਨੰਬਰ 2। ਇਹਦੇ ਵਿੱਚ ਆ ਭੁਜਾ ਇਸ ਭੁਜਾ ਦੇ ਬਰਾਬਰ ਦਿੱਤੀ ਗਈ ਹੈ ਮੈਨੂੰ। ਕੋਣ B ਜਿਹੜਾ ਹੈਗਾ ਹੈ ਕੋਣ E ਦੇ ਬਰਾਬਰ ਦਿੱਤਾ ਗਿਆ, ਤੇ ਕੋਣ C ਜਿਹੜਾ ਹੈ ਉਹ ਕੋਣ F ਦੇ ਬਰਾਬਰ ਮੈਨੂੰ ਦਿੱਤਾ ਗਿਆ ਹੈ। ਯਾਨੀ ਕਿ ਉਹਨੇ ਜੋ ਨਿਯਮ ਬਣਾਇਆ ਹੈ ਕੋਣ ਭੁਜਾ ਕੋਣ, ਕੋਣ ਭੁਜਾ ਕੋਣ, ਇਹ ਤਾਂ ਉਹਨੇ ਨਿਯਮ ਦੱਸ ਦਿੱਤਾ, ਲੇਕਿਨ ਮੈਂ ਇਹ ਸਿੱਧ ਕਰਨਾ ਹੈ ਹਜੇ ਕਿ ਕੀ ਇਸ ਨਿਯਮ ਦੇ ਬਾਵਜੂਦ, ਇਸ ਨਿਯਮ ਦੇ ਨਾਲ ਇਹ ਦੋ ਤ੍ਰਿਭੁਜਾਂ ਸਰਬੰਗ ਹੋ ਸਕਦੀਆਂ ਹਨ ਕਿ ਨਹੀਂ ਹੋ ਸਕਦੀਆਂ। ਹੁਣ ਇਹਨੂੰ ਮੈਂ ਕਿਵੇਂ ਸਿੱਧ ਕਰਾਂਗਾ? ਇਹਨੂੰ ਸਿੱਧ ਕਰਾਂਗਾ ਇਸ ਤੋਂ ਪਹਿਲਾਂ ਜੋ ਮੈਂ ਸਵੈ ਸਿੱਧ ਜਿਹੜਾ ਹੈਗਾ ਆ ਉਹਨੂੰ ਦੱਸਿਆ ਹੈ, ਇਹਨੂੰ ਉਸ ਦੀ ਮਦਦ ਦੇ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗਾ। ਠੀਕ ਹੈ ਜੀ। ਜੇ ਮੈਂ ਉਸ ਦੀ ਮਦਦ ਦੇ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਤਾਂ ਜਾਂ ਤਾਂ ਮੈਨੂੰ ਇਹ ਭੁਜਾ ਲੈਣੀ ਪਏਗੀ ਜਾਂ ਮੈਨੂੰ ਆਹ ਵਾਲੀ ਭੁਜਾ ਲੈਣੀ ਪਏਗੀ। ਮੈਂ ਕੀ ਕਰਦਾ, ਮੈਂ ਇਸ ਦੀ ਆਹ ਵਾਲੀ ਭੁਜਾ ਚੱਕਣਾ AB ਅਤੇ DE। ਜੇਕਰ ਮੈਂ AB ਅਤੇ DE ਦਾ ਕੋਈ ਸੰਬੰਧ ਸਥਾਪਿਤ ਕਰ ਦਿੱਤਾ ਤਾਂ ਇਹਦਾ ਮਤਲਬ ਹੈ ਫਿਰ ਮੇਰਾ ਸਵੈ ਸਿੱਧ ਦੇ ਨਾਲ ਇਹ ਵਾਲੀ ਚੀਜ਼ ਜਿਹੜੀ ਹੈਗੀ ਉਹ ਸਿੱਧ ਹੋ ਸਕਦੀ ਹੈ। ਤੇ
AB ਅਤੇ DE ਦੇ ਕੀ ਹੋ ਸਕਦਾ ਜੀ? ਤਿੰਨ ਕੇਸ ਹੋ ਸਕਦੇ ਨੇ। ਪਹਿਲਾ ਕੇਸ ਜਿਹੜਾ AB ਹੈ ਉਹ DE ਦੇ ਬਰਾਬਰ ਹੋ ਸਕਦਾ ਹੈ। ਦੂਸਰਾ ਕੇਸ ਜਿਹੜਾ AB ਹੈ ਉਹ DE ਤੋਂ ਵੱਡਾ ਹੋ ਸਕਦਾ ਹੈ ਤੇ ਤੀਸਰਾ ਕੇਸ ਜਿਹੜਾ AB ਹੈ ਉਹ DE ਤੋਂ ਛੋਟਾ ਹੋ ਸਕਦਾ ਹੈ। ਠੀਕ ਹੈ ਜੀ, ਇਹ ਤਿੰਨ ਕੇਸ ਨੇ। ਜੇਕਰ ਇਹ ਤਿੰਨਾਂ ਕੇਸਿਸ ਦੇ ਵਿੱਚੋਂ ਇਹ ਤਿੰਨਾਂ ਤਿੰਨਾਂ ਦੇ ਨਤੀਜੇ ਜਿਹੜੇ ਹੈਗੇ ਨੇ ਉਹ ਮੇਰੇ ਇਹਦੇ ਅਨੁਕੂਲ ਆ ਗਏ, ਸਵੈ ਸਿੱਧ ਦੇ ਅਨੁਕੂਲ ਆ ਗਏ, ਤਾਂ ਮੈਂ ਕਹਿ ਸਕਦਾ ਹਾਂ ਕਿ ਹਾਂ ਵੀ ਇਹ ਵੀ ਜਿਹੜੇ ਹੈਗੇ ਆ ਇਹ ਵੀ ਇੱਕ ਨਿਯਮ ਹੈ ਜਿਹੜਾ ਸਾਨੂੰ ਸਰਵੰਗਸਮਤਾ ਦੇ ਬਾਰੇ ਦੱਸਦਾ ਹੈ। ਆਓ ਵਿਦਿਆਰਥੀਓ ਅਸੀਂ ਇਹਦਾ ਪਹਿਲਾ ਕੇਸ ਲੈ ਕੇ ਚੱਲਦੇ ਹਾਂ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ AB ਬਰਾਬਰ DE। ਪਹਿਲਾਂ ਤਾਂ ਤੁਸੀਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕਿਉਂ ਕਿਹਾ। ਜੇਕਰ AB DE ਦੇ ਬਰਾਬਰ ਹੋ ਗਿਆ, ਤੁਸੀਂ ਲਿਖੋ ਪਹਿਲਾ ਕੇਸ, ਜੇਕਰ AB ਬਰਾਬਰ DE ਹੋ ਗਿਆ ਫਿਰ ਕੀ ਹੋਏਗਾ? ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ BE ਬਰਾਬਰ ਹੈ EF ਦੇ। ਇਹ ਕੀ ਹੈ? ਦਿੱਤਾ ਹੈ। ਇਹ ਮੈਨੂੰ ਦਿੱਤਾ ਹੋਇਆ ਤਾਂ ਮੈਂ ਲਿਖਾਂਗਾ ਉਹਦੇ ਵਿੱਚ ਕੋਣ B ਬਰਾਬਰ ਕੋਣ E ਦੇ। ਇਹ ਵੀ ਦਿੱਤਾ ਹੈ ਤੇ ਆਹ ਵਾਲੀ ਚੀਜ਼ ਜਿਹੜੀ ਸੀਗੀ ਇਹ ਮੈਂ ਮੰਨ ਲਈ ਕਿ ਇਹ ਚੀਜ਼ ਹੈਗੀ ਆ। ਇਸ ਦਾ ਮਤਲਬ ਇਹ ਹੋਇਆ ਕਿ ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ DEF ਦੇ। ਤੇ ਕਾਰਨ ਕੀ ਹੈ? ਭੁਜਾ ਕੋਣ ਭੁਜਾ। ਦੇਖੋ ਭੁਜਾ ਕੋਣ ਭੁਜਾ ਇਹ ਮੈਂ ਮੰਨ ਲਿਆ ਇਹਦੇ ਵਿੱਚ। ਇਹਦਾ ਮਤਲਬ ਪਹਿਲਾ ਕੇਸ ਤਾਂ ਬਹੁਤ ਸੌਖਾ ਸੀਗਾ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ AB DE ਦੇ ਬਰਾਬਰ ਹੈ। ਜੇਕਰ AB DE ਦੇ ਬਰਾਬਰ ਹੋਵੇ ਤਾਂ ਚਾਹੇ ਉਹ ਭੁਜਾ ਕੋਣ ਭੁਜਾ ਹੋਵੇ ਚਾਹੇ ਕੋਣ ਭੁਜਾ ਕੋਣ ਹੋਵੇ, ਇਹ ਦੋਨਾਂ ਸੂਰਤਾਂ ਦੇ ਵਿੱਚ ਜਿਹੜਾ ਹੈਗਾ ਆ ਇਹ ਸਰਬੰਗਸਮ ਹੋ ਜਾਂਦਾ ਹੈ। ਦੂਸਰਾ ਪੁਆਇੰਟ ਮੇਨ ਹੈ। ਠੀਕ ਹੈ ਜੀ, ਤੀਸਰੇ ਪੁਆਇੰਟ ਦੀ ਚਰਚਾ ਅਸੀਂ ਬਾਅਦ ਵਿੱਚ ਕਰਾਂਗੇ, ਪਹਿਲਾਂ ਆਪਾਂ ਦੂਸਰੇ ਪੁਆਇੰਟ ਦੀ ਚਰਚਾ ਕਰਦੇ ਹਾਂ। ਦੂਸਰੇ ਪੁਆਇੰਟ ਦੇ ਵਿੱਚ ਇਹ ਕਿਹਾ ਗਿਆ ਕਿ AB ਜੋ ਹੈ ਉਹ DE ਤੋਂ ਵੱਡਾ ਹੋਵੇ। ਠੀਕ ਹੈ ਜੀ, ਇਹਦਾ ਮਤਲਬ AB ਵੱਡਾ ਹੈ DE ਨਾਲੋਂ। ਠੀਕ ਹੈ, ਜੇ AB ਵੱਡਾ ਹੈ DE ਨਾਲੋਂ ਤਾਂ ਮੈਂ ਕੀ ਕਰਦਾ, ਮੈਂ ਇੱਥੇ ਇੱਕ ਬਿੰਦੂ ਲੈ ਲੈਣਾ, ਇਸ ਬਿੰਦੂ ਨੂੰ ਨਾਮ ਦੇ ਦਿੱਤਾ P ਦਾ। ਠੀਕ ਹੈ ਵਿਦਿਆਰਥੀਓ, ਇਹਨੂੰ ਤੇ C ਨੂੰ ਆਪਸ ਦੇ ਵਿੱਚ ਜੋੜ ਲੈਣਾ। ਜਿਹੜਾ P ਬਿੰਦੂ ਹੈ, ਠੀਕ ਹੈ, ਇੱਥੇ ਲਿਖੋ, ਮੰਨ ਲਓ P ਜਿਹੜਾ ਹੈਗਾ ਬਿੰਦੂ, ਇੱਥੇ ਲਿਖੋ, ਮੰਨ ਲਓ ਬਿੰਦੂ P AB ਤੇ ਹੈ। ਠੀਕ ਹੈ ਜੀ, AB ਤੇ ਹੈ। P ਬਿੰਦੂ ਕਿਹਦੇ ਵਿੱਚ ਹੈ? AB ਦੇ ਉੱਤੇ ਹੈ। ਕਿਸ ਤਰੀਕੇ ਨਾਲ? ਇਸ ਤਰ੍ਹਾਂ। ਇਹ ਕਿਸ ਤਰੀਕੇ ਦੇ ਨਾਲ ਹੈ ਉਹਦੇ ਬਾਰੇ ਗੱਲ ਕਰ ਰਿਹਾ ਮੈਂ ਕਿ ਜੇਕਰ P ਬਿੰਦੂ AB ਦੇ ਉੱਤੇ ਹਨ ਤਾਂ ਕਿਸ ਤਰੀਕੇ ਦੇ ਨਾਲ? ਇਸ ਤਰ੍ਹਾਂ ਹੈ ਕਿ PB ਜਿਹੜਾ ਹੈਗਾ ਹੈ ਉਹ DE ਦੇ ਬਰਾਬਰ ਹੋ ਜਾਵੇ। ਜਿਹੜਾ PB ਹੈ ਉਹ DE ਦੇ ਬਰਾਬਰ ਹੋ ਜਾਵੇ। ਦੂਸਰੇ ਸ਼ਬਦਾਂ ਦੇ ਵਿੱਚ ਮੈਂ ਇਹ ਕਹਿ ਰਿਹਾ ਕਿ ਜਿਹੜਾ P ਬਿੰਦੂ ਮੈਂ ਮੰਨਿਆ ਹੈ, ਇਸ P ਬਿੰਦੂ ਨੂੰ ਮੈਂ DE ਦੇ ਬਰਾਬਰ ਮੰਨਿਆ ਹੈ। ਠੀਕ ਹੈ, ਕਿਉਂ? ਕਿਉਂਕਿ ਮੈਂ ਇਹਦੇ ਵਿੱਚ ਮੈਨੂੰ ਇਹ ਕਿਹਾ ਗਿਆ ਕਿ AB ਜਿਹੜਾ DE ਤੋਂ ਵੱਡਾ ਹੈ। ਦੇਖੋ AB ਜਿਹੜਾ ਹੈਗਾ ਉਹ DE ਤੋਂ ਵੱਡਾ ਹੈ ਤੇ ਇਹਦਾ ਮਤਲਬ DE ਦੇ ਬਰਾਬਰ ਵਾਲੀ ਇੱਕ ਜਗ੍ਹਾ ਚੁਣੀ ਤੇ ਉਹਨੂੰ ਬਿੰਦੂ ਕਿਹਦਾ ਦਿੱਤਾ? P ਦਾ ਨਾਮ ਦਿੱਤਾ। ਇਹਦਾ ਮਤਲਬ PB ਜਿਹੜਾ ਹੈ ਉਹ ਕੀ ਹੋ ਗਿਆ? DE ਹੋ ਗਿਆ। ਠੀਕ ਹੈ ਜੀ, ਜੇਕਰ PB DE ਹੋ ਗਿਆ ਤਾਂ ਫਿਰ ਦੇਖੋ ਕੀ ਹੋਇਆ ਮੇਰੇ ਕੋਲ। ਹੁਣ ਤੁਸੀਂ ਤ੍ਰਿਭੁਜ ਧਿਆਨ ਨਾਲ ਦੇਖਿਓ, ਤ੍ਰਿਭੁਜ PBC ਅਤੇ ਤ੍ਰਿਭੁਜ DEF ਦੇ ਵਿੱਚ। ਹੁਣ ਇਹ ਚੀਜ਼ ਨੂੰ ਭੁੱਲ ਜਾਓ, ਮੈਂ ਇਸ ਚੀਜ਼ ਦੀ ਗੱਲ ਕਰ ਰਿਹਾ ਤੇ ਇਹ ਵੱਡੀ ਤ੍ਰਿਭੁਜ ਦੀ ਗੱਲ ਕਰ ਰਿਹਾ। ਧਿਆਨ ਨਾਲ ਦੇਖਿਓ, ਜਿਹੜਾ PE ਬਰਾਬਰ ਹੈ DE, ਇਹ ਮੈਂ ਸਿੱਧ ਕਰਤਾ ਆਪਾਂ ਜੀ, ਸਿੱਧ ਕੀਤਾ। ਦੇਖੋ ਪ੍ਰਸਿੱਧ ਕਰਤਾ ਨਾ ਮੈਂ ਮੰਨਿਆ ਹੀ ਇਹ ਤੇ ਜਾਂ ਇਦਾਂ ਸਿੱਧ ਕੀਤਾ ਕਹ ਲੋ ਜਾਂ ਮੰਨ ਲਓ ਕਹ ਲੋ। ਠੀਕ ਹੈ ਜੀ, ਆਹ ਚੀਜ਼ ਜਿਹੜੀ ਹੈਗੀ ਪ੍ਰਸਿੱਧ ਕਰ ਦਿੱਤੀ ਹੈ ਬਰਾਬਰ ਹੈ। ਕਿਉਂ? ਕਿਉਂਕਿ ਮੈਂ ਰਚਨਾ ਹੀ ਇਸ ਢੰਗ ਨਾਲ ਕੀਤੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ BE ਬਰਾਬਰ ਹੈ EF ਦੇ। ਇਹਦਾ ਦਿੱਤਾ ਹੈ ਜੀ ਮੈਨੂੰ। ਦੇਖੋ ਆਨੇ ਮੈਨੂੰ ਸ਼ੁਰੂ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਕਿ ਆਹ ਚੀਜ਼ ਜਿਹੜੀ ਹੈਗੀ ਆ ਬਰਾਬਰ ਹੈ। ਤੇ ਕੋਣ B ਬਰਾਬਰ ਹੈ ਕੋਣ E ਦੇ। ਠੀਕ ਹੈ, ਇਹ ਵੀ ਮੈਨੂੰ ਦਿੱਤਾ ਹੈ। ਠੀਕ ਹੈ ਜੀ, ਕੋਣ B ਕੋਣ E ਦੇ ਬਰਾਬਰ ਦਿੱਤਾ ਹੈ। ਜੇਕਰ ਕੋਣ B ਕੋਣ E ਦੇ ਬਰਾਬਰ ਦਿੱਤਾ ਹੈ ਤਾਂ ਇਸ ਤੋਂ ਬਾਅਦ ਕੀ ਹੋ ਗਿਆ? ਤ੍ਰਿਭੁਜ PBC ਸਰਬੰਗਸਮ ਹੈ ਤ੍ਰਿਭੁਜ DEF ਦੇ। ਉਹਨੇ ਇਹ ਕਹਿਤਾ ਕਿ PBE DEF ਦੇ ਸਰਬੰਗਸਮ ਹੋ ਗਿਆ। ਠੀਕ ਹੈ ਜੀ, ਹੁਣ ਤੁਸੀਂ ਕਹੋਗੇ ਠੀਕ ਹੈ ਸਰ ਹੋ ਗਿਆ ਤਾਂ ਵਧੀਆ ਗੱਲ ਹੈ, ਇਸ ਨੂੰ ਮੈਂ ਮਿਟਾ ਦਿੰਦਾ ਕਿਉਂਕਿ ਇਹਦਾ ਕੰਮ ਹੋ ਚੁੱਕਾ ਹੈ। ਠੀਕ ਹੈ, ਅੱਛਾ ਤੁਸੀਂ ਕਹੋਗੇ ਜੀ ਠੀਕ ਹੈ ਸਰ ਹੋ ਗਿਆ ਜੀ, ਬਹੁਤ ਵਧੀਆ ਗੱਲ ਹੈ, ਲੇਕਿਨ ਇਸ ਤੋਂ ਨਤੀਜਾ ਕੀ ਨਿਕਲਦਾ ਹੈ ਉਹ ਇੰਪੋਰਟੈਂਟ ਹੈ। ਠੀਕ ਹੈ ਜੀ, ਹੁਣ ਦੇਖੋ ਜੇਕਰ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਸਰਬੰਗਸਮ ਹਨ, ਠੀਕ ਹੈ, ਆ ਦੋਵੇਂ ਤ੍ਰਿਭੁਜਾਂ ਆਪਸ ਦੇ ਸਰਬੰਗਸਮ ਹਨ, ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਇਹ ਵਾਲਾ ਕੋਣ ਹੈ, ਠੀਕ ਹੈ, ਹੁਣ ਦੇਖੋ ਮੈਂ ਥੋੜਾ ਜਿਹਾ ਇਧਰ ਨੂੰ ਐਰੋ ਮਾਰ ਦੇਣਾ, ਇਸ ਤੋਂ ਬਾਅਦ ਇਧਰ ਨੂੰ ਚੱਲਾਂਗੇ ਅਸੀਂ। ਕੋਣ
BPC BCP बराबर है कोण EFD के बराबर। ठीक है, आ चीज हो गई। लेकिन पर ये तो मैंने पहले ही उन्हें क्या सीगा कि कोण जिहड़ा EFD है, आ वाला कोण है, ये किहदे बराबर सी? कोण BCA दे। ये तो मैंने दिता ही होया है जी स्टार्टिंग के विच। देखो दो बड़ियां अजीब जिहियां परिस्थितियां आ गईयां। पहली परिस्थिति दे विच एक दिता होया मैनू कि आ पूरा वड्डा कोण ये पूरे वड्डे कोण दे बराबर है। दूजी स्थिति दे विच मैनू दिता है कि आ वाला पूरा वड्डा कोण ए छोटे कोण दे बराबर है। ये भी ये किस तरीके नाल हो सकदा? ये तो नहीं हो सकदा। लेकिन जेकर इहनू तुसीं मानदे हो कि नहीं ये है, बिल्कुल है, क्योंकि सिद्ध कीता सी ये चीज है, ते कदों हो सकदा? जदों कि A ਅਤੇ P संपत्ति होण। ਜਦੋਂ कि A ਅਤੇ P संपत्ति होनी, यानी कि दो बिंदु नहीं है, ਇਹ ਇੱਕ ਹੀ ਬਿੰਦੂ ਦੇ ਦੋ ਨਾਮ ਹਨ। यानी कि P ਜਿਹੜਾ ਹੈਗਾ ਅਸਲ ਦੇ ਵਿੱਚ ਇੱਥੇ ਹੀ ਆ। ਠੀਕ ਹੈ ਜੀ, P ਜਿਹੜਾ ਇੱਥੇ ਆ, A ਵੀ ਇੱਥੇ ਹੀ ਆ। ਇਹ A ਤੇ P ਸੰਪत्ति ਹੈਗੇ ਨੇ। ਅੱਛਾ, ਜੇਕਰ ਇਹ ਸੰਪत्ति ਹੈਗੇ ਨੇ, ਇਹਦਾ ਮਤਲਬ ਸਵਾਲ ਇੱਥੇ ਹੀ ਖਤਮ ਹੋ ਗਿਆ। P ਦੀ ਜਗ੍ਹਾ A ਲਿਖਿਆ ਜਾ ਸਕਦਾ ਹੈ ਤੇ ABC ਬਰਾबर ਹੈ ਜਿਹੜੀ ਸਰਵੰਗਸਮ ਹੈ DEF ਦੀ। ਸੋ ਮੇਰਾ ਖਿਆਲ ਹੈ ਕਿ ਵਿਦਿਆਰਥੀਓ ਇਹ ਚੀਜ਼ ਜਿਹੜੀ ਹੈਗੀ ਤੁਹਾਨੂੰ ਸਮਝ ਲੱਗੀ ਹੋਵੇਗੀ। ਤੇ ਇਹਦਾ ਤੀਸਰਾ ਕੇਸ ਜਿਹੜਾ ਹੈਗਾ ਆ, ਇਹ ਵੀ ਛੋਟਾ ਹੈ DE ਤੋਂ, ਇਹ ਮੈਂ ਤੁਹਾਨੂੰ ਹੋਮਵਰਕ ਦਿੰਦਾ ਹੈ। ਸੇਮ ਐਸੀ ਢੰਗ ਦੇ ਨਾਲ ਇਹਨੂੰ ਥੋੜਾ ਹੋਰ ਉੱਪਰ ਵਧਾ ਲਈਓ। ਠੀਕ ਹੈ ਜੀ, ਇੱਥੇ ਬਿੰਦੂ P ਲੈ ਲਈਓ ਤੇ ਉਸ P ਨੂੰ ਲੈ ਕੇ ਤੁਸੀਂ ਇਸ ਚੀਜ਼ ਨੂੰ ਸਿੱਧ ਕਰਿਓ ਕਿ ਵੱਡਾ ਕੋਣ ਜਿਹੜਾ ਛੋਟੇ ਕੋਣ ਦੇ ਬਰਾਬਰ ਹੈ। ਤੇ ਉਹ ਚੀਜ਼ ਨਹੀਂ ਹੋ ਸਕਦੀ ਜਦੋਂ ਕਿ P ਅਤੇ A ਸੰਪत्ति ਨਾ ਹੋਣ। ਤੇ ਜੇ P ਅਤੇ A ਚੀਜ਼ ਬਰਾਬਰ ਹੈ ਤੇ ਇਹਦਾ ਮਤਲਬ P ਤੇ A ਦੋਵੇਂ ਸੰਪत्ति ਹੋਣਗੇ। ਤੇ ਜੇਕਰ ਉਹ ਸੰਪत्ति ਹੋ ਗਏ ਤਾਂ ਇਹਦਾ ਮਤਲਬ ਫਿਰ ਇਸੇ ਤਰੀਕੇ ਦੇ ਨਾਲ P ਦੀ ਜਗ੍ਹਾ A ਆ ਜਾਏਗਾ ਤੇ ABC ਸਰਵੰਗਸਮ ਹੈ DEF ਦੀ। ਠੀਕ ਹੈ ਵਿਦਿਆਰਥੀਓ, ਸੋ ਇਹ ਮੇਰੇ ਕੋਲ ਜਿਹੜਾ ਨਿਯਮ ਹੈ, ਇਹ ਨਿਯਮ ਵੀ ਮੇਰੇ ਵਾਸਤੇ ਬੜਾ ਇੰਪੋਰਟੈਂਟ ਹੋ ਗਿਆ ਕਿ ਕੋਣ ਭੁਜਾ ਕੋਣ, यानी कि दो त्रिभुजां दे विच जेकर दो कोण बराबर होण ते उन्हां दो कोणां नूं जिस भुजा दे उत्ते दो कोण बणे हन। ठीक है जी, जिस भुजा दे उत्ते वो दो कोण बणे हन, ਉਹ ਭੁਜਾ ਵੀ ਜਿਹੜੀ ਹੈਗੀ ਆ ਉਹ ਬਰਾਬਰ ਹੋਵੇ ਤਾਂ ਇਹਦਾ ਮਤਲਬ ਉਹ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋਣਗੀਆਂ? ਸਰਵੰਗਸਮ ਹੋਣਗੀਆਂ। ਇਸ ਨਿਯਮ ਨੂੰ ਅਸੀਂ ASA ਐਂਗਲ ਸਾਈਡ ਐਂਗਲ ਸ਼ਾਰਟਕਟ ਜਦੋਂ ਆਪਾਂ ਲਿਖਦੇ ਆ ਉਸ ਟਾਈਮ ਨਾਲ ਇਹ ਚੀਜ਼ ਲਿਖੀ ਜਾ ਸਕਦੀ ਹੈ। ਚਲੋ आओ ਅਸੀਂ ਵਿਦਿਆਰਥੀਓ ਹੁਣ ਇਸ ਤੋਂ ਅੱਗੇ ਚੱਲੀਏ ਥੋੜਾ ਜਿਹਾ। ਇਸ ਨਿਯਮ ਦੀ ਚਰਚਾ ਜਿਹੜੀ ਹੈਗੀ ਆ ਉਹ ਆਪਾਂ ਕਰਦੇ ਰਵਾਂਗੇ ਅੱਗੇ ਵੀ ਜਿੱਦਾਂ ਜਿੱਦਾਂ ਸਵਾਲ ਆਣਗੇ। ਹੁਣ ਅਸੀਂ ਸਵਾਲ ਸ਼ੁਰੂ ਕਰਦੇ ਹਾਂ ਇਸ ਐਕਸਰਸਾਈਜ਼ ਦੇ। ਠੀਕ ਹੈ, ਇਹ ਨਿਯਮ ਵਿਦਿਆਰਥੀਓ ਦੱਸਣਾ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਜਦੋਂ ਵੀ ਸਰਵੰਗਸਮਤਾ ਦੀ ਗੱਲ ਆਉਂਦੀ ਹੈ ਤਾਂ ਸਰਵੰਗਸਮਤਾ ਹਮੇਸ਼ਾ ਭੁਜਾ ਕੋਣ ਭੁਜਾ ਯਾਨੀ ਕਿ ਸਾਈਡ ਐਂਗਲ ਸਾਈਡ ਦੇ ਨਾਲ ਹੀ ਨਹੀਂ ਦੇਖੀ ਜਾਂਦੀ ਬਲਕਿ ਐਂਗਲ ਸਾਈਡ ਐਂਗਲ ਯਾਨੀ ਕਿ ਕੋਣ ਭੁਜਾ ਕੋਣ ਦੇ ਨਾਲ ਵੀ ਦੇਖੀ ਜਾਂਦੀ ਹੈ। ਇੱਕ ਚੀਜ਼ ਹੋਰ ਦੱਸ ਦਵਾਂ, ਜੇਕਰ ਕੋਣ ਕੋਣ ਭੁਜਾ ਹੋ ਜਾਵੇ ਤਾਂ ਫਿਰ ਵੀ ਜਿਹੜਾ ਹੈਗਾ ਆ ਉਹ ਸਰਵੰਗਸਮ ਹੋਏਗਾ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਦੋ ਤ੍ਰਿਭੁਜਾਂ ਦੇ ਕੋਈ ਦੋ ਕੋਣ ਅੰਦਰੂਨੀ ਕੋਣ ਆਪਸ ਵਿੱਚ ਬਰਾਬਰ ਹੋਣ ਤੇ ਇੱਕ ਭੁਜਾ ਬਰਾਬਰ ਹੋਵੇ ਫਿਰ ਵੀ ਜਿਹੜੇ ਹੈਗੇ ਨੇ ਉਹ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਵੰਗਸਮ ਹੋਣਗੀਆਂ। ਠੀਕ ਹੈ ਜੀ, ਉਸ ਦਾ ਇਹਦਾ ਕਾਰਨ ਕੀ ਹੈਗਾ ਇਹਨੂੰ ਤੁਸੀਂ ਆਪ ਸੋਚਿਓ ਤੇ ਇਹਦਾ ਹਿੰਟ ਮੈਂ ਤੁਹਾਨੂੰ ਦੇ ਦਿੰਦਾ ਆ ਕਿ ਦੋ ਕੋਣ ਜੇ ਬਰਾਬਰ ਨੇ ਤਾਂ ਤੀਸਰਾ ਕੋਣ ਆਪਸ ਦੇ ਵਿੱਚ ਬਰਾਬਰ ਹੀ ਹੁੰਦਾ ਹੈ। ਉਹਦਾ ਕਾਰਨ ਸੋਚੋ, ਕਾਰਨ ਉਹਦਾ ਸੋਚਦੇ त्रिभुज ਦੇ ਤਿੰਨਾਂ ਕੋਣਾਂ ਦਾ ਜੋੜ ਸੋਚ ਲਓ। ਜੇਕਰ ਤੁਸੀਂ त्रिभुज ਦੇ ਤਿੰਨਾਂ ਕੋਣਾਂ ਦਾ ਜੋੜ ਜਾਣਦੇ ਹੋ ਤਾਂ ਤੁਸੀਂ ਇਹਦਾ ਉੱਤਰ ਵੀ ਜਿਹੜਾ ਹੈਗਾ ਉਹ ਆਰਾਮ ਨਾਲ ਦੇ ਸਕਦੇ ਹੋ। ਸੋ ਆਓ ਵਿਦਿਆਰਥੀਓ ਅਸੀਂ ਚੱਲਦੇ ਹਾਂ ਆਪਣੇ ਪਹਿਲੇ ਪ੍ਰਸ਼ਨ ਵੱਲ। ਪ੍ਰਸ਼ਨ ਦੇਖਣ ਨੂੰ ਲੰਬੇ ਨੇ, ਕਰਨ ਨੂੰ ਦੇਖਿਓ ਕਿੰਨੇ ਸੌਖੇ ਨੇ। ਪਹਿਲਾ ਪ੍ਰਸ਼ਨ ਹੈ ਚਤੁਰਭੁਜ ABCD ਵਿੱਚ AC ਬਰਾਬਰ AD ਅਤੇ AB ਕੋਣ A ਨੂੰ ਸਮਦੋਭਾਜਿਤ ਕਰਦਾ ਹੈ। सिद्ध करो की सिद्ध करना? पहली चीज सिद्ध करो त्रिभुज ABC सर्वंगसम है त्रिभुज ABD दे। ते दूसरी चीज नहीं कही ਉਹਨੇ ਇਹਦੇ ਵਿੱਚ ਸਾਨੂੰ ਉਹਨੇ ਇੱਕ ਹੀ ਚੀਜ਼ ਬਾਰੇ ਕਹੀ। दूसरी चीज ਤੁਸੀਂ सिद्ध करनी है, कर लो ਤੁਸੀਂ। BC ਅਤੇ BD ਦਾ ਕੀ संबंध है। ठीक है जी,
ਇਹਦੇ ਵਿੱਚ ਤੇ ਜਦ ਤੱਕ ਚਿੱਤਰ ਨਹੀਂ ਬਣਾਵਾਂਗੇ, ਚਿੱਤਰ ਦਿੱਤਾ ਹੋਇਆ ਤੁਹਾਨੂੰ, ਚਿੱਤਰ ਨਹੀਂ ਬਣਾਵਾਂਗੇ ਤਦ ਤੱਕ ਅਸੀਂ ਸਮਝ ਨਹੀਂ ਸਕਦੇ। ਚਿੱਤਰ ਇਹਦਾ ਕੁਝ ਇਸ ਤਰ੍ਹਾਂ ਦਾ ਬਣੇਗਾ। ਆਪ ਵਿਦਿਆਰਥੀਆਂ ਦਾ ਚਿੱਤਰ ਬਣਿਆ ਜੀ ਸਾਡੇ ਕੋਲ A B C D। ਇਹਦੇ ਵਿੱਚ ਉਹਨੇ ਕਿਹਾ ਆ ਭੁਜਾ ਇਸ ਭੁਜਾ ਦੇ ਬਰਾਬਰ ਹੈ। ਆ ਜਿਹੜੇ ਹੈਗੇ ਆ ਵਿਦਿਆਰਥੀਓ, ਇਸ ਗੱਲ ਨੂੰ ਯਾਦ ਰੱਖਣਾ, ਜਿਹੜਾ ਕੋਣ A ਹੈ, AB ਨੇ ਉਹਨੂੰ ਸਮਦੋਭਾਜਿਤ ਕੀਤਾ ਹੈ। ਇਹਦਾ ਮਤਲਬ ਆਹ ਵਾਲਾ ਕੋਣ ਇਸ ਕੋਣ ਦੇ ਬਰਾਬਰ ਹੈ। ਇਹਨੂੰ ਕੋਣ 1 ਦਾ ਨਾਮ ਦੇ ਦੇਣਾ, ਇਹਨੂੰ ਕੋਣ 2 ਦਾ ਨਾਮ ਦੇ ਦੇਣਾ ਹੈ। ਠੀਕ ਹੈ ਜੀ। ਅੱਛਾ, ਹੁਣ ਮੈਂ ਇਧਰਲੇ ਪਾਸੇ ਕੁਐਸਚਨ ਹੋ ਗਿਆ, ਇਧਰ ਜਿਹੜਾ ਹੈਗਾ ਆ ਮੈਂ ਇਹਦਾ ਉੱਤਰ ਜਿਹੜਾ ਹੈਗਾ ਉਹ ਸਟਾਰਟ ਕਰਾਂਗਾ। ਉੱਤਰ ਕਹਿ ਲਓ ਜਾਂ ਹੱਲ ਕਹਿ ਲਓ, ਇਹਦਾ ਸਟਾਰਟ ਕਰਦਾ ਹਾਂ। ਦੇਖੋ, ਜੇਕਰ ਮੈਂ ਇਹ ਦੋਨਾਂ ਨੂੰ ਆਪਸ ਦੇ ਵਿੱਚ ਸਰਬੰਸਮ ਕਰਨਾ ਹੀ ਹੈ ਤਾਂ ਇਹਦਾ ਮਤਲਬ ਇਹ ਹੋਇਆ ਕਿ ਮੈਂ ਸਰਬੰਸਮਤਾ ਦੇ ਜਿਹੜੇ ਹੈਗੇ ਨਿਯਮ ਉਹਨਾਂ ਨੂੰ ਜਿਹੜਾ ਹੈਗਾ ਲੱਭਾਂਗਾ ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ। ਪਹਿਲਾਂ ਲਿਖੋ ਤ੍ਰਿਭੁਜ ABC ਅਤੇ ਤ੍ਰਿਭੁਜ ABD ਵਿੱਚ ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਕੀ ਕੀ ਹੈ ਜੀ। ਸਭ ਤੋਂ ਪਹਿਲਾਂ ਦੇਖੋ AC ਬਰਾਬਰ ਹੈ AD, ਇਹ ਦਿੱਤਾ ਹੈ। ਦੇਖੋ ਵਿਦਿਆਰਥੀਓ, AC ਬਰਾਬਰ AD ਦਿੱਤਾ ਹੋਇਆ ਸਾਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ AB ਬਰਾਬਰ AB, ਇੱਥੇ ਲਿਖੋ ਸਾਂਝਾ। ਦੇਖੋ ਆ ਇਹਨਾਂ ਦੋਨਾਂ ਤ੍ਰਿਭੁਜਾਂ ਦੇ ਵਿੱਚ ਜਿਹੜਾ AB ਹੈ ਉਹ ਸਾਂਝੀ ਆ, ਉਹ ਇਸ ਤ੍ਰਿਭੁਜ ਦੇ ਨਾਲ ਵੀ ਹੈ ਤੇ ਇਸ ਤ੍ਰਿਭੁਜ ਦੇ ਨਾਲ ਵੀ ਹੈ। ਠੀਕ ਹੈ ਜੀ। ਕੋਣ 1 ਬਰਾਬਰ ਕੋਣ 2, ਕਿਉਂ ਜੀ? ਇਹਦਾ ਕਾਰਨ ਵੀ ਕੀ ਹੈ? ਇਹ ਵੀ ਸਾਨੂੰ ਦਿੱਤਾ ਹੈ। ਕਿਉਂ ਦਿੱਤਾ ਹੈ? ਕਿਉਂਕਿ ਉਹਨੇ ਕਿਹਾ ਸੀ AB ਜਿਹੜਾ ਹੈਗਾ ਕੋਣ A ਨੂੰ ਸਮਦੋਭਾਜਿਤ ਕਰਦਾ ਹੈ, ਕਿਉਂਕਿ AB A ਨੂੰ ਸਮਦੋਭਾਜਿਤ ਕਰਦਾ ਹੈ। ਲੋ ਇਹ ਵੀ ਹੋ ਗਿਆ। ਜੇ ਇਹ ਤਿੰਨ ਚੀਜ਼ਾਂ ਹੋ ਗਈਆਂ ਤੇ ਇਹਦਾ ਮਤਲਬ ਹੋਇਆ ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ ABD ਦੇ। ਤੇ ਕਾਰਨ ਕੀ ਹੋਏਗਾ ਵਿਦਿਆਰਥੀਓ? ਭੁਜਾ ਕੋਣ ਭੁਜਾ, ਭੁਜਾ ਕੋਣ ਭੁਜਾ, ਇਹ ਇਹਦਾ ਕਾਰਨ ਹੋਏਗਾ। ਤੇ ਜੇਕਰ ਆ ਚੀਜ਼ ਹੋ ਗਈ, ਆ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਗਸਮ ਹੋ ਗਈਆਂ, ਤੇ ਪਾਰਟ 2 ਦੇ ਵਿੱਚ ਉਹਨੇ ਮੈਨੂੰ ਪੁੱਛਿਆ ਸੀ BC ਅਤੇ BD ਦਾ ਆਪਸ ਵਿੱਚ ਕੀ ਸੰਬੰਧ ਹੈ। ਪਾਰਟ 2 ਦੇ ਵਿੱਚ ਮੈਂ ਲਿਖ ਰਿਹਾ BC ਬਰਾਬਰ ਹੈ BD, ਕਾਰਨ ਹੈ CPCD। ਇਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੈਂ ਲਿਖਿਆ CPCD। ਇਹਦਾ ਮਤਲਬ ਹੁੰਦਾ ਹੈ ਕੋਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ਟ੍ਰਾਇੰਗਲ, ਜਾਂ ਫਿਰ ਸਰਬੰਗਸਮ ਤ੍ਰਿਭੁਜਾਂ ਦੇ ਸੰਗਤ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ। ਸੋ ਵਿਦਿਆਰਥੀਓ, ਇਹ ਸੀ ਸਾਡਾ ਪਹਿਲਾ ਪ੍ਰਸ਼ਨ। ਮੈਂ ਇੱਕ ਵਾਰੀ ਫਿਰ ਇਹਨੂੰ ਰਿਪੀਟ ਕਰ ਦਿੰਦਾ। ਚਤੁਰਭੁਜ ABCD ਵਿੱਚ AC ਬਰਾਬਰ AD ਹੈ। ਇਹਦੇ ਵਿੱਚ AB ਜੋ ਹੈ ਉਹ ਕੋਣ A ਨੂੰ ਸਮਦੋਭਾਜਿਤ ਕਰਦਾ ਹੈ, ਯਾਨੀ ਕਿ ਕੋਣ A ਬਰਾਬਰ ਕੋਣ B ਹੈ। ਤੇ ਅਸੀਂ ਇਹ ਸਿੱਧ ਕਰਨਾ ਕਿ ਇਹ ਦੋਵੇਂ ਤ੍ਰਿਭੁਜਾਂ, ਠੀਕ ਹੈ ਜੀ, ਇਹਨੂੰ ਪਾਰਟ 1 ਕਹਿ ਲਓ, ਇਹ ਪਾਰਟ 2 ਹੈ। ਇਹ ਦੋਵੇਂ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਨੇ ਇਹ ਆਪਸ ਦੇ ਵਿੱਚ ਸਰਬੰਗਸਮ ਹਨ। ਸਰਬੰਗਸਮ ਕਰਨ ਵਾਸਤੇ ਜਿਹੜਾ ਸਵੈਸਿੱਧ ਹੈ ਸਰਬੰਗਸਮ ਦਾ ਕਿ ਦੋ ਭੁਜਾਵਾਂ ਤੇ ਉਹਨਾਂ ਦਾ ਅੰਤਰਗਤ ਕੋਣ ਮੈਂ ਉਹ ਜਾਂਚਾਂਗਾ। ਪਹਿਲੀ ਭੁਜਾ AC ਬਰਾਬਰ AD ਮੈਨੂੰ ਦਿੱਤੀ ਹੋਈ ਆ, ਉਹ ਪ੍ਰਸ਼ਨ ਦੇ ਵਿੱਚ ਹੀ ਉਹਨੇ ਮੈਨੂੰ ਦਿੱਤਾ ਸੀਗਾ। ਕੋਣ 1 ਬਰਾਬਰ ਕੋਣ 2, ਕਿਉਂਕਿ AB ਕੋਣ A ਨੂੰ ਸਮਦੋਭਾਜਿਤ ਕਰਦਾ ਹੈ, ਤੇ AB ਬਰਾਬਰ AB ਕਿਉਂਕਿ ਸਾਂਝਾ ਹੈ। ਦੋ ਭੁਜਾਵਾਂ ਤੇ ਉਹਨਾਂ ਦਾ ਅੰਤਰਗਤ ਕੋਣ ਜਿਹੜਾ ਸੀਗਾ ਉਹ ਆਪਸ ਵਿੱਚ ਬਰਾਬਰ ਹੋ ਗਏ। ਇਸ ਕਰਕੇ ਭੁਜਾ ਕੋਣ ਭੁਜਾ ਸਵੈਸਿੱਧ ਦੇ ਜ਼ਰੀਏ ਮੈਂ ਇਹ ਕਹਿ ਸਕਦਾ ਹਾਂ ਕਿ ਤ੍ਰਿਭੁਜ ABC ਸਰਬੰਗਸਮ ਹੈ ਤ੍ਰਿਭੁਜ ABD ਦੇ। ਤੇ ਦੂਸਰਾ ਪਾਰਟ ਕਿਦਾਂ ਆ ਗਿਆ? ਕਿਉਂਕਿ ਦੋਨੋਂ ਸਰਬੰਗਸਮ ਹੋ ਗਏ ਨੇ ਤੇ ਸਰਬੰਗਸਮ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਇਸ ਕਰਕੇ BC ਬਰਾਬਰ BD, ਸ਼ਾਰਟਕਟ ਦੇ ਵਿੱਚ ਮੈਂ ਲਿਖਿਆ CPCD। ਉਹਦਾ ਕਾਰਨ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੋਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ट्रायंगल। ठीक है जी। चलो आओ विद्यार्थियों, हुण चलते हैं ਅਸੀਂ ਇਸ ਦੇ ਦੂਸਰੇ ਪ੍ਰਸ਼ਨ ਪਰ। ਪ੍ਰਸ਼ਨ ਤੁਸੀਂ ਦੇਖੇ ਵਿਦਿਆਰਥੀਓ, ਦੇਖਣ ਨੂੰ ਥੋੜੇ ਜਿਹੇ ਲੰਬੇ ਲੱਗਦੇ ਨੇ, ਲੇਕਿਨ ਜਦੋਂ ਇਹਨਾਂ ਨੂੰ ਕਰਨ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਹੀ ਛੋਟੇ ਤੇ ਆਸਾਨ ਪ੍ਰਸ਼ਨ ਜਿਹੜੇ ਹੈਗੇ ਉਹ ਬਣ ਜਾਂਦੇ ਨੇ। ਠੀਕ ਹੈ, ਚਲੋ ਵਿਦਿਆਰਥੀਓ, ਪ੍ਰਸ਼ਨ ਨੰਬਰ 2 ਜਿਹੜਾ ਹੈਗਾ ਆ ਉਹਨੂੰ ਲਿਖਦੇ ਹਾਂ ਅਸੀਂ ABCD ਇੱਕ ਚਤੁਰਭੁਜ ਹੈ ਜਿਸ ਵਿੱਚ AD ਬਰਾਬਰ BC ਅਤੇ ਕੋਣ DAB ਬਰਾਬਰ ਹੈ ਕੋਣ CBA ਹੈ। सिद्ध करो। की सिद्ध करना विद्यार्थियों? ਅਸੀਂ सिद्ध करो पहली चीज, त्रिभुज ABD सर्वंगसम है त्रिभुज
BAC दे पहली चीज। दूसरी चीज सिद्ध करनी है BD बराबर है AC दे। ते तीसरी चीज बेटा आप सिद्ध करनी है ABD बराबर है कोण BAC दे। अब तीन चीजां ਜਿਹੜੀਆਂ ਹੈਗੀਆਂ मैं सिद्ध करनी है, लेकिन जब तक ਇਹਦਾ डायग्राम नहीं बनावांगे, चित्र नहीं बनावांगे, तब तक ਅਸੀਂ इस चीज ਨੂੰ नहीं समझ सकते। सो दा डायग्राम कुछ इस ढंग ਦਾ है। ਇਹ है A, ਇਹ है B, ਇਹਨੂੰ ਅਸੀਂ ਇੱਧਰ ਨੂੰ ਲੈ ਕੇ ਗਏ, ਇਹ ਇੱਧਰ ਹੈ A B C ਅਤੇ D, ਇਹਨੂੰ AC ਨੂੰ ਜੋੜ ਦਿੱਤਾ ਜੀ, ਇਹ ਜੋੜ ਦਿੱਤਾ BD ਨੂੰ। ਠੀਕ ਹੈ ਜੀ। ਇਹਦੇ ਵਿੱਚ ਸਾਨੂੰ ਦਿੱਤਾ ਕੀ ਹੋਇਆ ਜੀ, ਉਹਨੇ ਮੈਨੂੰ ਕੋਣ ਕਿਹਾ ਹੈ DAB, DAB ਆ ਪੂਰਾ ਕੋਣ ਕਿਹਦੇ ਬਰਾਬਰ ਹੈ CBA, CBA ਆ ਪੂਰੇ ਕੋਣ ਦੇ ਬਰਾਬਰ ਹੈ। ਠੀਕ ਹੈ ਜੀ। ਆ ਮੈਨੂੰ ਦਿੱਤੇ ਹੋਏ ਕੋਣ ਹੈ AD ਬਰਾबर BC, ਆ ਵਾਲੇ AD ਬਰਾबर BC ਦੇ, ਇਹ ਵੀ ਮੈਨੂੰ ਦਿੱਤਾ ਹੋਇਆ ਉਹਨੇ। ਠੀਕ ਹੈ ਜੀ। ਉਹਨੇ ਮੈਨੂੰ ਆ ਤਿੰਨ ਚੀਜ਼ਾਂ ਜਿਹੜੀਆਂ ਕਿ ਸਿੱਧ ਕਰਨ ਲਈ ਕਹਿਤੀਆਂ। ਠੀਕ ਹੈ ਜੀ। ਸਿੱਧ ਕਰਨ ਲਈ ਫਿਰ ਮੈਂ ਉਹੀ ਫਾਰਮੂਲਾ ਇਧਰਲੇ ਪਾਸੇ ਮੈਂ ਪ੍ਰਸ਼ਨ ਲਿਖਿਆ, ਇਧਰ ਇਹਦਾ ਹੱਲ ਜਿਹੜਾ ਹੈਗਾ ਮੈਂ ਕਰਾਂਗਾ। ठीक है जी। क्योंकि मैं आ दो त्रिभुजां सिद्ध करनी है। ठीक है, किहड़ियां? उन्हें मैनू क्या ABD अते BCA, BCA आ दो त्रिभुजां जिहड़ियां हैगियां मैं सिद्ध करांगा। किदां करांगा? त्रिभुज ABD अते त्रिभुज BAC विच। ठीक है जी। इन्हां दो त्रिभुजां दे विच की होएगा? AB बराबर है AB सांझा। देखो विद्यार्थियों, AB बराबर AB इस त्रिभुज का ही पार्ट है, इस त्रिभुज का ही पार्ट है, ये दोनों त्रिभुजां का हिस्सा है, इस करके एक की हो गया सांझा आ गया। दूसरे नंबर से की है AD बराबर BC, ए दिता है देखो आ चीज मैंने पहले दी हुई है। तीसरी चीज कोण A बराबर कोण B, ए भी मैंने दिता है। देखो विद्यार्थियों, पूरा कोण A बराबर पूरा कोण B मैंने दिता होया। इस करके की होया, ये दो भुजावां, दो अपनियां भुजावां ते उन्हां दा अंतर्गत बने हुए कोण आपस में बराबर हो गए ने। इस करके मैं कह सकता हां त्रिभुज ABD सर्वंगसम है त्रिभुज BAC दे। अच्छा, ये सर्वंगसम क्यों हुई है? भुजा कोण भुजा, ਇਹਦੇ ਕਰਕੇ ਜਿਹੜੀਆਂ ਦੋ ਆਪਸ ਦੇ ਵਿੱਚ त्रिभुजां आपस ਦੇ ਵਿੱਚ सर्वंगसम हो गईयां। अच्छा, जेकर ये दो त्रिभुजां सर्वंगसम हो गईयां तो दूसरा ते तीसरा पार्ट की होएगा? दूसरा पार्ट वो कहता पिया BD ते AC, BD बराबर AC। मैं की सिद्ध करांगा? सिद्ध तो मैं कर चुका होया कि आ वाली त्रिभुज ते आ वाली त्रिभुज ਜਿਹੜੀ ਹੈਗੀ ਉਹ ਬਰਾਬਰ ਹਨ। ਇਹਦਾ मतलब BD बराबर AC होएगा। रीजन CP CD यानी कि सर्वंगसम त्रिभुजां दे संगत भुजाया ये दोवें, इस करके ये अपने आप सिद्ध हो गया। ठीक है जी। तीसरी चीज हो चुकिया कोण ABD बराबर है कोण BAC। चेक करते हैं, ABD आ वाला कोण बराबर है कोण BAC आ वाले कोण। ठीक है जी। दोबारा एक बार देख लेने ABD आ वाला कोण। ठीक है जी। ते दूसरा आ वाला कोण, ये दोवें कोण देखो, जदों मैं आ त्रिभुज की गल करांगा तो आ वाला कोण, जदों इस त्रिभुज की गल करांगा आ वाले, ये दोवें कोण आपस दे विच बराबर हैं। क्यों? क्योंकि ये सर्वंगसम त्रिभुजां दे संगत कोण हैं। ठीक है जी। ये भी की हैं? सर्वंगसम त्रिभुजां दे संगत कोण, यानी कि CP CD जिहड़ा हैगा इहदा हल लिख सकते हैं आपां सर्वंगसम त्रिभुजां दे संगत कोण, सर्वंगसम त्रिभुजां दीयां संगत भुजावां ते इह त्रिभुजां नूं आपस दे विच सर्वंगसम कीता होया है। ठीक है जी। चलो विद्यार्थियों, चलते हैं जी असीं अपने नेक्स्ट अगले प्रश्न दे वल। अगला प्रश्न भी साडा इस ढंग दा ही होएगा जी। मुश्किल बिल्कुल नहीं है। कुछ प्रश्न देखण नूं मुश्किल लगदे हुंदे आ, लेकिन जदों आपां इन्हां नूं हल करना शुरू करते हैं ते साडे सवाल जिहड़े हैगे ने बहुत आसान जिहड़े हैगे आ लगण लग पैंदे ने। तीसरे सवाल दे विच मैनूं कह रहा रेखाखंड AB ते AD ਅਤੇ BC लंब ਹਨ। सिद्ध करो कि CD रेखाखंड AB ਨੂੰ समदुभाजित करता है। ठीक है जी। ਇਹਦੇ ਵਿੱਚ ਵੀ ਸਾਨੂੰ ਜਿਹੜਾ ਹੈਗਾ ਵਿਦਿਆਰਥੀਓ ਚਿੱਤਰ ਦਿੱਤਾ ਹੋਇਆ ਜੀ,
ਉਹ ਚਿੱਤਰ ਕੀ ਹੈ ਜੀ? ਉਹ ਚਿੱਤਰ ਹੈ ਕੁਝ ਇਸ ਢੰਗ ਦਾ ਸਾਡੇ ਕੋਲ। ਇਹਨਾਂ ਨੂੰ ਅਸੀਂ ਜੋੜ ਦਿੰਦੇ ਹਾਂ ਜੀ। ਆ ਸਾਡੇ ਕੋਲ ਬਣ ਗਿਆ ਜੀ B, ਇਹ ਬਣ ਗਿਆ ਜੀ A, ਆ ਬਣ ਗਿਆ ਜੀ ਕਾਟਵੀ ਰੇਖਾ O, C ਤੇ D। ਇਹਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ ਜੀ? ਆ ਲੰਬ ਦਿੱਤੇ ਹੋਏ ਨੇ ਜੀ ਦੋ, ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਸਾਨੂੰ ਕੀ ਕਿਹਾ ਗਿਆ? AD ਜਿਹੜਾ ਹੈਗਾ ਆ ਉਹ BC ਦੇ ਬਰਾਬਰ ਹੈ। ਆ ਦੋ ਚੀਜ਼ਾਂ ਮੈਨੂੰ ਕਹੀਆਂ ਤੇ ਮੈਂ ਸਿੱਧ ਕੀ ਕਰਨਾ ਚਾਹੁੰਦਾ ਆ? ਮੈਂ ਸਿੱਧ ਕਰਨਾ ਚਾਹੁੰਦਾ ਕਿ ਜਿਹੜੀ CD ਹੈ ਉਹ AB ਨੂੰ ਸਮਦੋਭਾਜਿਤ ਕਰਦੀ ਹੈ। ਮੈਂ ਇੱਕ ਵਾਰੀ ਪ੍ਰਸ਼ਨ ਪੜ੍ਹ ਦਵਾਂ ਫਿਰ ਤੁਹਾਡੇ ਵਾਸਤੇ। ਰੇਖਾਖੰਡ AB ਰੇਖਾਖੰਡ AB AD ਅਤੇ BC ਤੇ ਲੰਬ ਹਨ, ਠੀਕ ਹੈ ਜੀ। ਆ ਦੋਵੇਂ AB ਤੇ ਲੰਬ ਹਨ। ਸਿੱਧ ਕਰੋ ਕਿ CD ਆ ਵਾਲੀ ਲਾਈਨ ਜਿਹੜੀ ਹੈਗੀ ਆ ਰੇਖਾਖੰਡ AB ਨੂੰ ਸਮਦੋਭਾਜਿਤ ਕਰਨ ਦਾ ਮਤਲਬ ਦੋ ਬਰਾਬਰ ਹਿੱਸਿਆਂ 'ਚ ਵੰਡਦੀ ਹੈ। ਇਹਦਾ ਮਤਲਬ ਇਹ ਹੋਇਆ, ਮੈਂ ਸਿੱਧ ਕੀ ਕਰਨਾ ਹੈ? ਸਿੱਧ ਕਰਨਾ, ਮੈਂ ਪਹਿਲਾਂ ਇੱਥੇ ਲਿਖ ਦੇਵਾਂ। ਮੈਂ ਸਿੱਧ ਕੀ ਕਰਨਾ ਚਾਹੁੰਦਾ? ਮੈਂ ਸਿੱਧ ਕਰਨਾ ਚਾਹੁੰਦਾ ਕਿ OA ਬਰਾਬਰ ਹੈ OB ਦੇ। ਦੇਖੋ ਸਮਦੋਭਾਜਿਤ ਦਾ ਮਤਲਬ ਇਹ ਹੋਇਆ ਨਾ ਕਿ ਉਹ ਆਪਸ ਵਿੱਚ ਬਰਾਬਰ ਕਰੀਏ। OA ਬਰਾਬਰ OB ਨੂੰ ਮੈਂ ਸਿੱਧ ਕਰਨਾ ਚਾਹੁੰਦਾ ਹੈ। ਤੇ ਸਿੱਧ ਕਿਵੇਂ ਕਰਾਂਗੇ ਵਿਦਿਆਰਥੀਓ? ਇਹਦੇ ਵਿੱਚ ਆ ਦੋ ਤ੍ਰਿਭੁਜਾਂ ਨੇ, ਆ ਪਹਿਲੀ ਤ੍ਰਿਭੁਜ ਹੈ, ਦੂਜੀ ਤ੍ਰਿਭੁਜ ਹੈ। ਜੇਕਰ ਮੈਂ ਇਹਨਾਂ ਦੋ ਤ੍ਰਿਭੁਜਾਂ ਨੂੰ ਆਪਸ ਦੇ ਵਿੱਚ ਸਰਬੰਗਸਮ ਕਰ ਦਿੱਤਾ ਤੇ ਆ ਚੀਜ਼ ਮੇਰੀ ਆਪਣੇ ਆਪ ਹੱਲ ਹੋ ਜਾਏਗੀ, ਠੀਕ ਹੈ ਜੀ। ਚਲੋ ਮੈਂ ਕੀ ਕਰਦਾ, ਇਹਦੇ ਵਿੱਚ ਮੈਨੂੰ ਇੱਕ ਹੋਰ ਚੀਜ਼ ਨਜ਼ਰ ਆ ਰਹੀ ਹੈ, ਦੋ ਕਾਟਵੀਆਂ ਰੇਖਾਵਾਂ ਨਜ਼ਰ ਆ ਰਹੀਆਂ ਤੇ ਕਾਟਵੀਂ ਰੇਖਾਵਾਂ ਦੇ ਵਿੱਚ ਇਹਦੇ ਨਾਮ ਦੇ ਦਿੰਦੇ ਕੋਣਾਂ ਦਾ 1 ਤੇ 2। ਮੈਨੂੰ ਪਤਾ ਕਾਟਵੀਂ ਰੇਖਾਵਾਂ ਦੇ ਸਿਖਰ ਸਨਮੁਖ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ, ਠੀਕ ਹੈ ਜੀ। ਇਹਦੇ ਵਿੱਚ ਹੁਣ ਮੈਂ ਕਰਾਂਗਾ ਤ੍ਰਿਭੁਜ। ਇਹ ਦੋ ਤ੍ਰਿਭੁਜਾਂ ਚੱਕ ਲਓ ਜੀ ਤੁਸੀਂ। ਤ੍ਰਿਭੁਜ ਹੈਗੀ ਆ, ਇਹਦੇ ਵਿੱਚ ਪਹਿਲੀ ਤ੍ਰਿਭੁਜ ਹੈਗੀ ਆ AOD ਅਤੇ ਤ੍ਰਿਭੁਜ BOC ਵਿੱਚ। ਇਹ ਦੋ ਤ੍ਰਿਭੁਜਾਂ ਚੱਕ ਲਈਆਂ AOD ਤੇ BOC ਵਿੱਚ, ਠੀਕ ਹੈ ਜੀ। ਕੋਣ 1 ਬਰਾਬਰ ਕੋਣ 2, ਸਿਖਰ ਸਨਮੁਖ ਕੋਣ। ਇਹ ਸਿਖਰ ਸਨਮੁਖ ਕੋਣ ਹਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਸਾਨੂੰ ਨਜ਼ਰ ਆ ਰਹੇ ਨੇ। ਕੋਣ A ਬਰਾਬਰ ਕੋਣ B ਬਰਾਬਰ 90 ਡਿਗਰੀ ਇਹ ਸਾਨੂੰ ਦਿੱਤਾ ਹੈ। ਕਿਉਂ ਦਿੱਤਾ ਹੈ? ਕਿਉਂਕਿ ਉਸਨੇ ਕਿਹਾ ਸੀਗਾ ਕਿ AB ਤੇ AD ਅਤੇ BC ਲੰਬ ਹਨ। ਇਹਦਾ ਮਤਲਬ AD ਤੇ ਆ AD ਹੈਗੀ ਆ, ਇਹ AD ਮਤਲਬ AB ਤੇ AD ਅਤੇ BC ਲੰਬ ਹਨ, ਯਾਨੀ ਕਿ ਆ ਦੋ ਲੰਬ ਸਾਨੂੰ ਦਿੱਤੇ ਹੋਏ ਨੇ। ਇਹਦਾ ਮਤਲਬ ਕੋਣ A ਤੇ ਕੋਣ B ਦੋਵੇਂ ਕਿੰਨੇ ਨੇ? 90 ਡਿਗਰੀ ਦੇ ਹੈਗੇ ਨੇ। ਇਸ ਤੋਂ ਇਲਾਵਾ ਹੋਰ ਕੀ ਚੀਜ਼ ਦਿੱਤੀ ਹੋਈ ਆ? AD ਬਰਾਬਰ BC ਦੇ, ਠੀਕ ਹੈ। AD ਜਿਹੜਾ ਹੈਗਾ ਉਹ ਕਿਹਦੇ ਬਰਾਬਰ ਹੈ? BC ਦੇ। ਹੁਣ ਦੋ ਕੋਣ ਅਤੇ ਇੱਕ ਭੁਜਾ, ਮੈਂ ਆਪ ਜੀ ਨੂੰ ਪਹਿਲਾਂ ਵੀ ਕਿਹਾ ਸੀ ਕਿ ਕੋਈ ਦੋ ਕੋਣ ਹੋ ਜਾਣ ਤੇ ਇੱਕ ਭੁਜਾ ਬਰਾਬਰ ਹੋ ਜਾਵੇ ਤਾਂ ਉਹ ਵੀ ਕੀ ਹੁੰਦੇ ਨੇ? ਆਪਸ ਦੇ ਵਿੱਚ ਸਰਬੰਗਸਮ ਹੁੰਦੇ ਹਨ। ਇਹਦਾ ਮਤਲਬ ਤ੍ਰਿਭੁਜ AOD ਸਰਬੰਗਸਮ ਹੈ ਤ੍ਰਿਭੁਜ BOC ਦਾ। ਕਾਰਨ ਹੈਗਾ ਵਿਦਿਆਰਥੀਓ AAS ਯਾਨੀ ਕਿ ਕੋਣ ਭੁਜਾ। ਇਹ ਚੀਜ਼ ਅਸੀਂ ਕਹਿ ਸਕਦੇ ਹਾਂ ਕਿ ਆ ਜਿਹੜੇ ਦੋ ਕੋਣ ਤੇ ਇੱਕ ਭੁਜਾ ਜਿਹੜੀ ਹੈਗੀ ਉਹ ਬਰਾਬਰ ਹਨ, ਇਸ ਕਰਕੇ ਆਪਸ ਵਿੱਚ ਕੀ ਹੋ ਗਏ ਨੇ? ਸਰਬੰਗਸਮ ਹੋ ਗਏ ਨੇ। ਕਿਉਂਕਿ ਇਹ ਸਰਬੰਗਸਮ ਹੋ ਗਏ ਨੇ ਇਸ ਕਰਕੇ OA ਬਰਾਬਰ ਹੈ OB ਦੇ। ਰੀਜ਼ਨ ਹੈਗਾ CPCT ਦਾ ਅੰਗਰੇਜ਼ੀ ਚ ਅਨੁਵਾਦ ਹੁੰਦਾ ਆ ਕੋਰਸਪੋਂਡਿੰਗ ਪਾਰਟਸ ਆਫ ਕੌਂਗਰੂਐਂਟ ਟ੍ਰਾਇੰਗਲ, ਤੇ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਦੋ ਸਰਬੰਗਸਮ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ। ਹੁਣ ਜੇ ਬਰਾਬਰ ਹੁੰਦੀਆਂ ਹਨ ਤੇ ਇਹੀ ਤਾਂ ਆਪਾਂ ਸਿੱਧ ਕਰਨਾ ਸੀ, ਠੀਕ ਹੈ ਜੀ। ਕਿਉਂਕਿ ਜੇਕਰ OA ਤੇ OB ਆਪਸ ਦੇ ਵਿੱਚ ਬਰਾਬਰ ਆ ਗਏ ਨੇ ਤਾਂ ਇਹਦਾ ਮਤਲਬ ਜਿਹੜਾ ਹੈਗਾ ਆ, ਇਹਦਾ ਮਤਲਬ ਇਹ ਹੋਇਆ ਕਿ ਜਿਹੜਾ CD ਰੇਖਾ ਸੀ ਉਹਨੇ AB ਨੂੰ ਸਮਦੋਭਾਜਿਤ ਕੀਤਾ ਹੈ, ਯਾਨੀ ਕਿ ਦੋ ਬਰਾਬਰ ਹਿੱਸਿਆਂ 'ਚ ਵੰਡਿਆ ਹੈ, ਜੋ ਕਿ ਅਸੀਂ ਇਹਦੇ ਵਿੱਚ ਸਿੱਧ ਕਰ ਦਿੱਤਾ ਹੈ। ਸੋ ਵਿਦਿਆਰਥੀਓ ਹੁਣ ਮੈਂ ਕੋਸ਼ਿਸ਼ ਕਰਾਂਗਾ, ਹਾਲੇ ਤੱਕ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਸ ਚੀਜ਼ ਦੇ ਕਨਸੈਪਟ ਦੇ ਬਾਰੇ ਸਮਝਾ ਸਕਾਂ। ਉਹਦੀਆਂ ਜਿਹੜੇ ਸਵੈਸਿੱਧ ਸੀ ਉਹਨੂੰ ਤਾਂ ਅਸੀਂ ਪਹਿਲਾਂ ਹੀ ਸਵੈਸਿੱਧ ਮੰਨ ਲਿਆ ਸੀ। ਉਹਦਾ ਨਿਯਮ ਜਿਹੜਾ ਅੱਗੇ ਕੀਤਾ ਸਵੈਸਿੱਧ ਦੇ ਉੱਤੇ ਬੇਸਡ ਸੀ ਜੋ ਨਿਯਮ, ਉਸ ਨੂੰ ਵੀ ਅਸੀਂ ਇਹਦੇ ਵਿੱਚ ਸਿੱਧ ਕੀਤਾ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਆ ਇਹਦੇ ਪ੍ਰਸ਼ਨ ਜਿਹੜੇ ਹੈਗੇ ਉਹ ਹੱਲ ਕਰਨੇ ਸ਼ੁਰੂ ਕੀਤੇ ਤੇ ਅਸੀਂ ਦੇਖਿਆ ਕਿ ਪ੍ਰਸ਼ਨ ਦੇਖਣ ਨੂੰ ਜ਼ਰੂਰ ਲੰਬੇ ਲੱਗਦੇ ਨੇ, ਲੇਕਿਨ ਜਦੋਂ ਆਪਾਂ ਉਹਨਾਂ ਨੂੰ ਕਰਦੇ ਹਾਂ ਤਰਤੀਬਬੱਧ ਤਰੀਕੇ ਦੇ ਨਾਲ ਤੇ ਉਹ ਬਹੁਤ ਸੌਖੇ ਬਣ ਜਾਂਦੇ ਹਨ। ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੇ ਸਮਝ ਆਏ ਹੋਣਗੇ ਤੇ ਬਾਕੀ ਦੇ ਪ੍ਰਸ਼ਨ ਆਪਾਂ ਨੈਕਸਟ ਲੈਕਚਰ